बिस्मिल्लाहिर्रहमानिर्रहीम। अस्सलाम वालेकुम नाजरीन, तमाम दोस्त अहबाब को फार्मिंग एंड बिजनेस आइडियाज़ में फराज अब्बास की जानब से खुशामदीद। दोस्तों, आज आपकी मुलाकात करवाई जा रही है एक ऐसे नौजवान से जिसकी कामयाबी का राज उसकी ईमानदारी और खालिस दूध की फराहमी है। दोस्तों, जाहिद साहब का ये भैंसों का फार्म है। जाहिद साहब 15 साल से बड़ी कामयाबी के साथ ये कारोबार कर रहे हैं। इनके फार्म की खास बात यह है कि ये रोजाना सिर्फ 16 जानवरों से 2 मन और 30 किलो यानी 110 किलो दूध हासिल कर रहे हैं। इन्होंने एक भैंस से ये कारोबार शुरू किया था और अब अल्हम्दुलिल्लाह इनके पास 18 के करीब जानवर हैं। जाहिद साहब का कहना है कि जो जानवर 400 रुपया खर्च कराता है वो आपको रोजाना का 800-900 बचत दे जाता है। तो आज की इस वीडियो में भैंसों की खरीदारी, भैंसों के हराजात, भैंसों के मुनाफा, भैंसों के कारोबार और भैंसों के कारोबार के मतलब जितनी भी मालूमात हैं उनसे आगाही हासिल की जाएगी। वीडियो को मुकम्मल लाजमी देखें, इंशाअल्लाह अज़्ज़वजल फ़ायदा ज़रूर होगा। तो जिन दोस्तों और भाइयों ने अभी तक चैनल को सब्सक्राइब नहीं किया वो चैनल को सब्सक्राइब कर लें और घंटी के बटन को लाजमी दबा दें। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। भाईजान की हाल है? अल्लाह दा करम। सब तो पहले अपना ते अपने इलाके का नाम दस दिओ। मेरा नाम जाहिद अली है ते असी खरोलियां दे रहन वाले हैं। जाहिद साहब किन्ने साल तो जानवरां दा काम करदे हो पे? ਅਸੀਂ ਗੁੱਜਰ ਬਰਾਦਰ ਹਾਂ, ਕੰਮ ਸ਼ੁਰੂ ਤੋਂ ਜਾਨਵਰਾਂ ਦਾ ਕਰਨੇ ਆ। ਮਾਸ਼ਾਅੱਲਾ, ਤੁਹਾਨੂੰ ਕਿੰਨੀ ਦੇਰ ਹੋ ਗਈ ਹੈ? ਸਾਨੂੰ ਤਕਰੀਬਨ ਅਸੀਂ ਜਿਸ ਤਰ੍ਹਾਂ ਹੋਸ਼ ਸੰਭਾਲੀਏ ਕੰਮ ਕਰਨੇ ਆ। ਕੋਈ 20-25 ਸਾਲ ਦਾ ਤਜਰਬਾ ਹੈ ਵੇ? 20-25 ਸਾਲ ਦਾ ਤਾਂ ਨਹੀਂ ਹੈ, ਮਗਰ ਕੋਈ 10-15 ਸਾਲ ਦਾ ਤੇ ਹੈ। ਠੀਕ ਹੈ, ਤੇ 10-15 ਸਾਲ ਦਾ ਤਜਰਬਾ ਤੁਹਾਡਾ ਕਿਹਦਾ ਰਿਹਾ ਹੈ? ਮਾਸ਼ਾਅੱਲਾ ਬਹੁਤ ਅੱਛਾ ਹੈ। ਮੈਂ ਭਾਈ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਕੰਮ ਬਹੁਤ ਅੱਛਾ ਹੈ, ਮਾਸ਼ਾਅੱਲਾ ਬਹੁਤ ਹੀ ਅੱਛਾ ਹੈ। ਉਹਦੀ ਮੇਨ ਵਜ੍ਹਾ ਇਹ ਹੈ ਕਿ ਇਹਦੇ 'ਚ ਮਿਲਾਵਟ ਨਾ ਕੀਤੀ ਜਾਏ, ਜਾਨਵਰ ਝੂਠ ਬੋਲ ਕੇ ਨਾ ਵੇਚਿਆ ਜਾਏ ਔਰ ਨਾ ਝੂਠ ਬੋਲ ਕੇ ਜਿਹੜਾ ਵੇ ਨਾ ਕਿਸੇ ਕੋਲੋਂ ਲਿਆ ਜਾਏ। ਮਿਲਾਵਟ ਜਾਂ ਕੋਈ ਬੇਈਮਾਨੀ ਹੈਰਾਫੇਰੀ ਇਹਦੇ 'ਚ ਨਹੀਂ ਕੀਤੀ ਜਾਏ। ਇਹ ਪੈਸੇ ਜਿਹੜੇ ਨੇ ਜਿੰਨੇ ਵੀ ਹੁੰਦੇ ਨੇ ਬਹੁਤ ਬਾਬਰਕਤ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਇਨਸਾਨ ਦੀ ਇੱਜ਼ਤ ਵੀ ਇਸ ਕੰਮ ਦੇ ਵਿੱਚ ਔਰ ਫਾਇਦਾ ਵੀ ਹੈ ਔਰ ਸਕੂਨ ਵੀ ਹੈ। ਠੀਕ ਹੈ। ਔਰ ਮਿਹਨਤ ਵੀ ਜਿਹੜੀ ਹੈ ਨਾ ਇਹਦੇ ਵਿੱਚ ਬਹੁਤ ਹੀ ਸ਼ਫਾਫ ਚਾਹੀਏ। ਅਗਰ ਇਨਸਾਨ ਅੱਲਾ ਤੇ ਤਵੱਕਲ ਹੋ ਕੇ ਅੱਲਾ ਤੇ ਜਿਹੜਾ ਨਾ ਇਰਾਦੇ ਤੇ ਕਰੇ ਔਰ ਨੁਕਸਾਨ ਇਹਦੇ ਚੋਂ ਨਹੀਂ ਹੁੰਦਾ, ਫਾਇਦਾ ਕਰ ਫਾਇਦਾ ਹੁੰਦਾ। ਠੀਕ ਹੈ। ਅਸੀਂ ਮਾਸ਼ਾਅੱਲਾ ਗੁੱਜਰ ਬਰਾਦਰ ਹਾਂ ਔਰ ਅਸੀਂ ਸਾਰੇ ਭਾਈ ਬਾਹਰ ਵੀ ਰਹਿ ਕੇ ਆਏ ਹਾਂ। ਸਾਡਾ ਹੁਣ ਵੀ ਬਾਹਰ ਸਾਊਥ ਅਫਰੀਕਾ ਵੀ ਕਾਰੋਬਾਰ ਹੈ, ਮਗਰ ਇਸ ਕੰਮ ਨੂੰ ਉਹ ਕੰਮ ਵੀ ਜਿਹੜਾ ਵੇ ਨਹੀਂ ਛੂ ਰਿਹਾ। ਜ਼ਬਰਦਸਤ, ਇਹ ਬਹੁਤ ਅੱਛਾ ਕੰਮ। यानी साउथ अफ्रीका का बिजनेस भी इस तो पीछे वाह जिंदाबाद और नीयतां दे सौदे हुंदे जी, नीयत साफ ते मंजिल साफ। और अल्लाह दी ज़ात ने साढ़े इर्द गिर्द भी लोगों ने जानवर रखे ने, ज़ाया भी हुंदे ने, उन्हां नूं नुकसान भी हुंदा है। उन्हां दे पैसे जिहड़े ने उन्हां दे विच कोई बरकत भी जिहड़ी है वो नहीं उन्हां नूं जिस तरह कि खुद साडे नाल शेयर करदे ने। बहुत ज़्यादा दफ़ा मेरे वड्डे भाई नूं पुछदे ने कि तुसीं इन्हां नूं की खिलांदे हो या की दिंदे हो, की नुकसा लांदे हो। तो मेरे भाई कहंदे ने कि असीं इन्हां नूं मिलावट दा नुकसा नहीं लांदे है ਤੇ ਖਾਲਸ ਜਿਹੜਾ ਵੇ ਨਾ ਉਹ ਕੰਮ ਅਸੀਂ ਇਹਨਾਂ ਦਾ ਦੁੱਧ ਜਿਹੜਾ ਵੇ ਉਹ ਦਿੰਦੇ ਆ ਔਰ ਜੋ ਕਿਸੇ ਨਾਲ ਕਰਨੇ ਆ ਰੇਟ ਤੈਅ ਕਰਕੇ ਉਹ ਲੈ ਲੈਂਦੇ ਆ। ਕੰਮ ਇਹ ਜ਼ਿਆਦਾ ਹੈ ਜੋ ਵੀ ਹੈ ਕੰਮ 'ਚ ਬਰਕਤ ਹੁੰਦੀ ਹੈ। ਜਿਹੜੇ ਕੋ ਪੂਰੇ ਦਿੰਦਾ ਵੇ ਉਹ ਸਾਡਾ ਹੱਕ ਸਾਨੂੰ ਦੇ ਦਿੰਦਾ, ਮਗਰ ਇਹ ਵੇ ਕਿ ਇਹਦੇ 'ਚ ਕੋਈ ਨੁਕਸਾਨ ਨਹੀਂ ਹੈ ਔਰ ਅਸੀਂ ਇਹ ਕੁਝ ਵੀ ਲੋਕਾਂ ਤੋਂ ਅਜੀਜ਼ ਨਹੀਂ ਕਰਦੇ। ਠੀਕ ਹੈ। ਅਸੀਂ ਇਹਨਾਂ ਨੂੰ ਜਿਹੜਾ ਇਹਨਾਂ ਦੀ ਸੰਭਾਲ ਅੱਛੇ ਤਰ੍ਹਾਂ ਕਰਨੇ ਆ ਦਿਲ ਤੋਂ ਔਰ ਇਹ ਜਾਨਵਰ ਸਾਨੂੰ ਬਹੁਤ ਜ਼ਿਆਦਾ ਫਾਇਦਾ ਦਿੰਦੇ। ਵਾਹ। ਤੇ ਇਸ ਟਾਈਮ ਕਿਹੜੀ ਨਸਲ ਦੀਆਂ ਮੱਝਾਂ ਰੱਖੀਆਂ ਅਜੇ? ਮੁਖਤਲਿਫ ਨਸਲਾਂ ਨੇ, ਵੈਸੇ ਅੱਛੇ ਨੇ ਜਾਨਵਰ ਸਾਰੇ। अच्छा जी। ज्यादा तो ज्यादा ਤੁਹਾਡੇ ਫਾਰਮ ਤੇ ਜਿਹੜੀ ਮੈਂ ਕਿੰਨਾ ਦੁੱਧ ਦੇ ਰਹੀ ਹੈ? ਜ਼ਿਆਦਾ ਤੋਂ ਜ਼ਿਆਦਾ 16 ਕਿਲੋ ਦੇ ਰਹੀ। ਉਹ ਕਿਹੜੀ ਨਸਲ ਦੀ ਹੈ? ਉਹ ਨੀਲੀ ਰਾਵੀ ਦੀ ਮੱਝ ਹੈ। ਨੀਲੀ ਰਾਵੀ ਦੀ ਮੈਂ ਜ਼ਿਆਦਾ ਦੁੱਧ ਦਿੰਦੀ ਹੈ? ਹਾਂਜੀ। ਤੇ ਕਿਹੜੇ ਇਲਾਕੇ ਚੋਂ ਮੱਝਾਂ ਖਰੀਦੀਆਂ ਜੇ? ਇਲਾਕੇ ਆਪਣੇ ਦੇ ਵਿੱਚੋਂ ਵੀ ਜ਼ਿਆਦਾ ਲਈਆਂ ਨੇ, ਉਧਰੋਂ ਵੀ ਮੰਗਵਾਈਆਂ ਨੇ। ਤੇ ਚੰਗੀ ਮੈਂ ਕਿਹੜੇ ਇਲਾਕੇ ਚੋਂ ਮਿਲਦੀ ਹੈ ਤੁਹਾਨੂੰ? ਆਪਣੇ ਇਲਾਕੇ ਚੋਂ ਜਾਂ ਦੂਸਰੇ ਇਲਾਕੇ ਚੋਂ? ਨੀਲੀ ਚੋਂ ਮਿਲਦੀ ਹੈ ਜਾਂ ਲੁੱਡਨ ਚੋਂ ਮਿਲਦੀ ਹੈ ਜਾਂ ਰਾਵੀ ਦੀਆਂ ਜਿਹੜੀਆਂ ਮੱਝਾਂ ਨੇ ਉਹ ਮਿਲਦੀਆਂ ਨੇ। ਠੀਕ ਹੈ। ਖੁਦ ਖਰੀਦਦੇ ਹੋ ਜਾਂ? ਨਹੀਂ, ਖੁਦ ਖਰੀਦਨੇ। ਇਹ ਮੰਡੀ ਚੋਂ ਜਾਂ ਫੇਰ ਟੁਰ ਕੇ? ਨਹੀਂ, ਇਸ ਤਰ੍ਹਾਂ ਜਿਹੜਾ ਨਾ ਦੋਸਤ ਨੇ ਜਿਹੜੇ ਕੰਮ ਕਰਦੇ ਨੇ ਇਹਨਾਂ ਦਾ ਜਾਨਵਰਾਂ ਦਾ, ਉਹ ਅੱਛੇ ਜਾਨਵਰ ਲਿਆਂਦੇ ਨੇ, ਉਹਨਾਂ ਦੇ ਕੋਲੋਂ ਵੇਖ ਕੇ ਜਾ ਕੇ ਅੱਛੇ। ਅੱਛਾ, ਜਿਹੜੇ ਡੇਰੇ ਬਣੇ ਨੇ? ਹਾਂਜੀ। ਠੀਕ ਹੈ। ਇਹ ਦੱਸੋ ਇਸ ਟਾਈਮ ਕਿੰਨੇ ਜਾਨਵਰ ਨੇ ਤੁਹਾਡੇ ਕੋਲ? ਸਾਡੇ ਕੋਲ ਮਾਸ਼ਾਅੱਲਾ 16 ਤੋਂ 17 ਮੱਝਾਂ ਨੇ ਇਸ ਟਾਈਮ। ਤੇ 16-17 ਮੱਝਾਂ ਵਾਸਤੇ ਤੁਸੀਂ ਕਿੰਨੇ ਏਕੜ ਪੱਠੇ ਕਾਸ਼ਤ ਕੀਤੇ ਨੇ? ਤਕਰੀਬਨ ਕੁਝ 6 ਕਿੱਲੇ ਕੀਤੇ ਨੇ। 6 ਕਿੱਲੇ ਕਾਫੀ ਹੁੰਦੇ ਨੇ ਕਿ ਕਮ ਜਾਂ ਜ਼ਿਆਦਾ ਨੇ? ਬਾਹਰ ਤੋਂ ਵੀ ਲੈ ਰਹੇ ਹਾਂ, ਕਮਾਦ ਵਗੈਰਾ ਜਾਂ ਮਕਈ, ਜਵਾਰ, ਇਸ ਤਰ੍ਹਾਂ ਜਿਸ ਤਰ੍ਹਾਂ ਪੱਠਿਆਂ ਦੀ ਜ਼ਰੂਰਤ ਪਵੇ ਉਹ ਮਾਲ ਵਾਸਤੇ ਉਸੇ ਤਰ੍ਹਾਂ ਲੈ ਲੈਂਦੇ। ਯਾਨੀ 6 ਕਿੱਲੇ ਕਮ ਨੇ ਫਿਰ? ਹਾਂਜੀ। ਤੇ ਜ਼ਮੀਨ ਆਪਣੀ ਕਿ ਠੇਕੇ ਤੇ ਵੇ? ਜ਼ਮੀਨ ਆਪਣੀ ਹੈ, ਆਪਣੀ। ਠੀਕ। ਇਹ ਦੱਸੋ ਤੁਸੀਂ ਆਪਣੇ ਜਾਨਵਰਾਂ ਦੀ ਰੋਜ਼ਾਨਾ ਦੀ ਕੀ ਰੂਟੀਨ ਰੱਖੀ ਹੈ? ਇਹਨੂੰ ਜਿਹੜਾ ਖੁਰਾਕ ਵਿੱਚ ਵੰਡੇ ਵਿੱਚ
ਰੋਜ਼ਾਨਾ ਕੀ ਖਿਲਾਉਂਦੇ ਪਿਲਾਉਂਦੇ ਹੋ? ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਦੱਸੋ। ਵੰਡਾ ਜਿਹੜਾ ਵੇ ਅਸੀਂ ਸਵੇਰ ਟਾਈਮ ਪਾਉਂਦੇ ਆ, ਪਿਛਲੇ ਟਾਈਮ ਕਮਾਦ ਤੇ ਇਹ ਵਾਲਾ ਸਟਾਲਾ ਪਰਾਲੀ ਇਹਨੂੰ ਮਿਕਸ ਕਰਕੇ ਪਾਉਂਦੇ ਆ। ਸਵੇਰ ਟਾਈਮ ਸਿਰਫ ਵੰਡਾ ਹੀ ਪਾਉਂਦੇ। ਵੰਡਾ ਕਿਹੜੀ ਚੀਜ਼ ਉੱਤੇ? ਪਰਾਲੀ ਉੱਤੇ? ਨਹੀਂ, ਤੂੜੀ ਤੇ। ਤੂੜੀ ਤੇ? ਹਾਂਜੀ, ਖਾਲੀ ਤੂੜੀ ਤੇ ਵੰਡਾ ਸਵੇਰ ਪਾਉਂਦੇ ਆ, ਹੋਰ ਕੁਝ ਨਹੀਂ ਪਾਉਂਦੇ। ਇਹ ਇੱਕ ਜਾਨਵਰ ਨੂੰ ਕਿੰਨੀ ਤੂੜੀ ਤੇ ਕਿੰਨਾ ਵੰਡਾ? ਤਕਰੀਬਨ ਕੋਈ 5 ਕਿਲੋ ਤੂੜੀ ਪਾਉਂਦੇ ਆ ਤੇ ਉਹਦੇ ਉੱਤੇ ਕੋਈ 10 ਕਿਲੋ ਦੀ ਬਾਲਟੀ ਜਿਹੜੀ ਵੰਡੇ ਦੀ ਹੈ ਨਾ ਬਣੀ ਹੁੰਦੀ ਹੈ, ਪਾਣੀ ਸਮੇਤ ਉਹ ਪਾਣੀ। ਕਿੰਨੇ ਜਾਨਵਰਾਂ ਵਾਸਤੇ? ਇੱਕ ਜਾਨਵਰ ਵਾਸਤੇ। ਅੱਛਾ, ਪਾਣੀ ਸਮੇਤ? ਹਾਂਜੀ, ਪਾਣੀ ਸਮੇਤ। ਉਹਦੇ ਚ ਕਿੰਨਾ ਵੰਡਾ ਤੇ ਕਿੰਨਾ ਪਾਣੀ ਹੁੰਦਾ? ਵੰਡਾ ਉਹਦੇ ਚ ਤਕਰੀਬਨ 3 ਕਿਲੋ ਹੁੰਦਾ ਹੈ, 2 ਕਿਲੋ ਪਾਣੀ ਹੁੰਦਾ। ਤੇ ਵੰਡਾ ਕਿਹੜਾ ਹੈ, ਖੁਦ ਤਿਆਰ ਕੀਤਾ ਜਾਂ ਕਿਸੇ ਕੰਪਨੀ ਦਾ? ਨਹੀਂ, ਘਰ ਦਾ ਦਲੀਆ ਵੀ ਪਾ ਰਹੇ ਆ ਤੇ ਚੋਖਰ ਵੀ ਪਾ ਰਹੇ ਆ ਤੇ ਸਪੈਸ਼ਲ ਵੰਡਾ ਜਿਹੜਾ ਹੁੰਦਾ ਵੇ ਉਹ ਵੀ ਪਾ ਰਹੇ ਆ, ਜਿਹੜਾ ਬਣਿਆ ਹੁੰਦਾ। ਠੀਕ ਹੈ, ਜਿਹੜਾ ਨਿਆ ਆ ਰਿਹਾ ਵੇ। ਤੇ ਸ਼ਾਮ ਦੇ ਟਾਈਮ ਤੁਸੀਂ ਦੱਸਿਆ ਕਿ ਸਟਾਲਾ ਤੇ ਕਮਾਦ ਤੇ ਪਰਾਲੀ ਜੀ। ਕਿੰਨਾ ਸਟਾਲਾ, ਕਿੰਨਾ ਕਮਾਦ ਤੇ ਕਿੰਨੀ ਪਰਾਲੀ ਇੱਕ ਜਾਨਵਰ ਵਾਸਤੇ? ਤਕਰੀਬਨ ਇੱਕ ਜਾਨਵਰ ਵਾਸਤੇ ਮਨ ਪੱਠੇ ਬਣ ਜਾਂਦੇ ਨੇ ਮਿਕਸ। ਅੱਛਾ ਭਾਈ, ਇਹ ਵੰਡਾ ਵਗੈਰਾ ਪਾ ਕੇ ਚਾਰਾ ਵਗੈਰਾ ਸਭ ਕੁਝ ਇੱਕ ਜਾਨਵਰ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆ ਜਾਂਦਾ? ਇੱਕ ਜਾਨਵਰ ਤੇ ਤਕਰੀਬਨ 400 ਰੁਪਏ ਖਰਚਾ ਆ ਜਾਂਦਾ। 400 ਖਰਚਾ ਆ ਜਾਂਦਾ? ਹਾਂਜੀ। ਠੀਕ ਹੈ। ਜ਼ਮੀਨ ਤੁਹਾਡੀ ਆਪਣੀ ਹੈ? ਹਾਂਜੀ। ਅਗਰ ਪੱਠੇ ਮੁੱਲਦੇ ਹੋਣ ਫਿਰ ਖਰਚਾ ਜ਼ਿਆਦਾ ਹੋਏਦਾ? ਨਹੀਂ, ਸਭ ਮਿਲਾ ਕੇ। ਠੀਕ ਹੈ, ਸਭ ਮਿਲਾ ਕੇ ਆਪਣੀ ਜ਼ਮੀਨ ਦਾ ਜੋ ਕੁਝ ਵੀ ਜਾਨਵਰ ਜੋ ਖਾਂਦਾ ਵੇ ਉਹ 400 ਰੁਪਏ ਖਾਂਦਾ ਤੇ ਮਾਸ਼ਾਅੱਲਾ ਤਕਰੀਬਨ 8 ਤੋਂ 900 ਰੁਪਏ ਜਿਹੜਾ ਮੈਨੂੰ ਬਚਾਉਂਦਾ ਹੈ ਖਾ ਕੇ। ਅੱਛਾ, ਜਿਹੜਾ ਜਾਨਵਰ 400 ਖਰਚਾ ਕਰਾਂਦਾ ਉਹ 800-900 ਬਚਤ ਦੇ ਜਾਂਦਾ ਜੀ। ਠੀਕ ਹੈ, ਮਾਸ਼ਾਅੱਲਾ। ਇਸ ਟਾਈਮ ਤੁਹਾਡੇ ਫਾਰਮ ਤੇ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਸਾਰੇ ਦੁੱਧ ਦੇਣ ਵਾਲੇ ਜਾਨਵਰ ਨੇ। ਇੱਕ ਸਿਰਫ ਸਾਡੇ ਕੋਲ ਝੋਟਾ ਹੈ ਨਸਲਕਸ਼ੀ ਵਾਸਤੇ ਤੇ ਇੱਕ ਝੋਟੀ ਹੈ ਜਿਹੜੀ ਉਹ ਜਾਨਵਰ ਇਸ ਤਰ੍ਹਾਂ ਨੇ, ਦੂਸਰੇ ਸਾਰੇ ਦੁੱਧ ਦੇਣ ਵਾਲੇ। ਦੂਸਰੇ ਕਿੰਨੇ? 14 ਜਾਨਵਰ ਦੁੱਧ ਦੇ ਰਹੇ ਨੇ? 15 ਜਾਨਵਰ ਦੁੱਧ ਦੇ ਰਹੇ। ਤੇ ਇਹ ਫਰੈਸ਼ ਨੇ ਕਿ ਕੋਈ ਜ਼ਿਆਦਾ ਟਾਈਮ ਹੋ ਗਿਆ ਸੋਇਆ? ਨਹੀਂ, ਫਰੈਸ਼ ਨੇ। ਅੰਦਰ ਇਹਨਾਂ ਦੇ ਬੱਚੇ ਤਾਜ਼ੇ ਬੱਜੇ ਨੇ। ਤੇ 14 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ? ਦੁੱਧ ਮਾਸ਼ਾਅੱਲਾ ਅਸੀਂ ਤਕਰੀਬਨ ਕੋਈ 2 ਮਣ 30 ਕਿਲੋ ਦੁੱਧ ਜਿਹੜਾ ਵੇ ਨਾ ਉਹ ਇੱਕ ਵਕਤ ਦਾ ਜਾਂ 2 ਟਾਈਮਾਂ ਦਾ? 2 ਟਾਈਮ। ਇਹ 2 ਮਣ ਤੇ 30 ਕਿਲੋ? ਜੀ। ਠੀਕ ਹੈ। ਇਹ ਦੱਸਿਓ ਕਿ ਤੁਸੀਂ ਦੁੱਧ ਦਾ ਕਾਰੋਬਾਰ ਕਰਦੇ ਹੋ ਜਾਂ ਕਿ ਨਾਲ ਵਪਾਰ ਵੀ ਰੱਖਿਆ ਜੇ? ਨਹੀਂ, ਵਪਾਰ ਅਸੀਂ ਨਹੀਂ ਕਰਦੇ, ਅਸੀਂ ਦੁੱਧ ਦਾ ਕੰਮ ਕਰਦੇ ਹਾਂ। ਮਾਸ਼ਾਅੱਲਾ, ਤੁਹਾਡੇ ਤੁਸੀਂ ਕਹਿ ਰਹੇ ਹੋ ਕਿ ਸਾਰੇ ਜਾਨਵਰ ਜਿਹੜਾ ਨਾ ਦੁੱਧ ਦੇ ਰਹੇ ਨੇ। ਹਾਂਜੀ। ਤੇ ਉਹ ਜਿਹੜੇ ਦੁੱਧ ਕੰਮ ਦਿੰਦੇ ਨੇ ਜਾਂ ਫੰਡਰ ਮੱਝਾਂ ਹੁੰਦੀਆਂ ਨੇ ਉਹ ਸੇਲ ਕਰ ਦਿੰਦੇ ਹੋ? ਬਾਈ ਚਾਂਸ ਕਿਤੇ ਹੋਵੇ ਵੀ ਤੇ ਕਰ ਦਿੰਦੇ ਆ ਸੇਲ, ਜਾਂ ਜਿਹੜਾ ਡੰਗਰ ਨਾ ਰੱਖਣ ਵਾਲਾ ਹੋਵੇ ਜਾਂ ਉਹਨੂੰ ਕੋਈ ਮਸਲਾ ਬਣ ਜਾਏ, ਵਰਨਾ ਨਹੀਂ ਦਿੰਦੇ। ਅੱਛਾ, ਮਸਲਾ ਕੀ ਬਣ ਜਾਂਦਾ ਜਾਨਵਰਾਂ? ਮਸਲਾ ਬਣ ਜਾਂਦਾ, ਕੋਈ ਸੂਆ ਮਿਸ ਕਰ ਜਾਂਦਾ ਹੈ ਜਾਂ ਉਹ ਨਹੀਂ ਬਣਦਾ, ਉਹਦੇ ਕੋਲ ਅੰਦਰ ਮਸਲਾ ਬਣ ਜਾਂਦਾ। ਵੈਸੇ ਉਹਦੀ ਕੋਸ਼ਿਸ਼ ਕਰੀਦੀ ਹੈ ਕਿ ਇਹਦਾ ਇਲਾਜ ਕਰਵਾ ਕੇ ਜਾਂ ਕੁਝ ਵੀ ਡੰਗਰ ਦਿੱਤਿਆ ਨਾ ਜਾਏ। ਜਦੋਂ ਨਹੀਂ ਕਿਸੇ ਵੀ ਸਾਈਡ ਤੋਂ ਆਉਂਦਾ ਫਿਰ ਉਹਨੂੰ ਦੇ ਦੇਈਦਾ। ਅੱਛਾ, ਤੁਸੀਂ ਦੱਸਿਆ ਕਿ ਸੂਆ ਮਿਸ ਹੋ ਜਾਂਦਾ ਹੈ। ਹਾਂਜੀ। ਕੀ ਵਜ੍ਹਾ ਹੁੰਦੀ ਹੈ ਕਿ ਜਾਨਵਰ ਦਾ ਸੂਆ ਮਿਸ ਹੋ ਜਾਂਦਾ? ਜਾਨਵਰ ਨੂੰ 100 ਮਸਲੇ ਬਣ ਜਾਂਦੇ ਨੇ। ਬਾਜ਼ ਦਫਾ ਕੁਦਰਤੀ ਵੀ ਜਿਹੜਾ ਨਾ ਸੂਆ ਮਿਸ ਜਾਨਵਰ ਕਰ ਜਾਂਦੇ ਨੇ। ਬਾਜ਼ ਦਫਾ ਉਹਨਾਂ ਨੂੰ ਕੋਈ ਫਾਲਟ ਬਣ ਜਾਂਦਾ ਹੈ ਅੰਦਰ ਦਾ, ਜਿਹੜਾ ਨਾ ਕੋਈ ਡਾਕਟਰ ਜਿਹੜਾ ਇਲਾਜ ਕਰਦੇ ਨੇ ਉਹਦੇ ਵਿੱਚ ਹੋ ਜਾਂਦੀ ਕੋਈ ਮਿਸਪਲੇਸ ਕੋਈ ਮਾਮਲਾ ਤਾਂ। ਤੇ ਇਹਦਾ ਕੋਈ ਦੇਸੀ ਹੱਲ ਹੈ ਨਹੀਂ ਤੁਹਾਡੇ ਕੋਲ? ਦੇਸੀ ਹੱਲ ਵੀ ਹੈ ਨੇ, ਉਹ ਵੀ ਕਰੀਦੇ ਨੇ। ਜਿਹੜੇ ਡਾਕਟਰੀ ਹੱਲ ਹੁੰਦੇ ਨੇ ਉਹ ਵੀ ਕਰੀਦੇ ਨੇ। ਦੇਸੀ ਹੱਲ ਕਿਹੜਾ ਕਰਦੇ ਹੋ ਦੱਸ ਦਿਓ? ਦੇਸੀ ਹੱਲ ਵੀ ਤਰ੍ਹਾਂ ਦੇ ਨੇ, ਮੁਖਤਲਿਫ ਨੇ। ਕੋਈ ਇੱਕ ਦੋ ਦੱਸ ਦਿਓ ਜਿਹੜਾ ਅੱਛਾ ਜਿਹਾ। ਅੱਛਾ, ਦੇਸੀ ਹੱਲ ਇਹ ਹੀ ਹੈ ਕਿ ਬਾਜ਼ ਦਫਾ ਜਾਨਵਰ ਜਿਹੜਾ ਨਾ ਖਲੋਵੇ ਉਹਨੂੰ ਕਰਵਾ ਕੇ ਜਿਹੜਾ ਨਾ ਤਾਂ ਉਹਨੂੰ ਗੁੜ ਦਿੰਦੇ ਨੇ। ਬਾਜ਼ ਦਫਾ ਇੰਝ ਹੁੰਦਾ ਵਾ ਕਿ ਜਾਨਵਰ ਨੂੰ ਇੱਕ ਦਫਾ ਰਾਤ ਨੂੰ ਕਰਵਾਉਂਦੇ ਨੇ ਛੋਟੇ ਦੇ ਕੋਲੋਂ, ਇੱਕ ਦਫਾ ਸੁਬਾਹ ਕਰਵਾਉਂਦੇ ਨੇ। ਜਾਂ ਦੇਸੀ ਤੇਲ ਜਿਹੜਾ ਵੀ ਉਹ ਦਿੰਦੇ ਨੇ ਕੋਈ ਵਿੱਚ ਹਲਦੀ ਵਗੈਰਾ ਪਾ ਕੇ, ਜਾਂ ਕੋਈ ਮਹਿੰਦੀ ਵਗੈਰਾ ਦਿੰਦੇ ਨੇ। ਮੌਸਮ ਦੇ ਲਿਹਾਜ਼ ਦੇ ਨਾਲ ਵੀ ਹੁੰਦਾ ਕਿ ਜਾਨਵਰ ਨਾ ਖਲੋਵੇ ਤੇ ਮੌਸਮ ਨਾਲ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ। ਅੱਛਾ, ਹੋਰ ਵੀ ਬੜੀਆਂ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਉਹ ਵੱਡੇ ਨੇ ਜਿਹੜੇ ਆਪਣੇ ਸਾਰੇ ਭਾਈ ਕੰਮ ਕਰਨ ਵਾਲੇ ਨੇ ਉਹਨਾਂ ਨਾਲ ਮਸ਼ਵਰਾ ਕਰਕੇ ਤੇ ਦੇਸੀ ਜਿਹੜੀਆਂ ਚੀਜ਼ਾਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਜਦੋਂ ਨਹੀਂ ਜਾਨਵਰ ਫਿਰ ਵੀ ਬਣਦਾ ਫਿਰ ਡਾਕਟਰੀ ਇਲਾਜ ਕਰਵਾਇਆ ਜਾਂਦਾ। ਉਸ ਤੋਂ ਇਲਾਵਾ ਵੀ ਅਗਰ ਨਾ ਹੋਵੇ ਤਾਂ ਫਿਰ ਜਾਨਵਰ ਨੂੰ ਚੇਂਜ ਕਰਤਾ ਜਾਂਦਾ ਵਿਆ ਹੀ। ਠੀਕ ਹੈ, ਤੁਸੀਂ ਜ਼ਿਕਰ ਕੀਤਾ ਕਿ ਦੇਸੀ ਤੇਲ ਤੇ ਮਹਿੰਦੀ ਵਗੈਰਾ ਦੇਈਦੀ ਹੈ। ਹਾਂਜੀ। ਕਿਹੜੇ ਮੌਸਮ 'ਚ ਦੇਸੀ ਤੇਲ ਦੇਣਾ ਤੇ ਕਿਹੜੇ ਮੌਸਮ 'ਚ ਮਹਿੰਦੀ ਦੇਣੀ ਹੈ? ਤਕਰੀਬਨ ਜਿਹੜਾ ਇਹ ਵਾਲਾ ਮੌਸਮ ਅੱਗੇ ਆ ਰਿਹਾ ਵੇ ਸਰਦੀਆਂ ਦਾ ਜੀ, ਉਹਦੇ 'ਚ ਵੀ ਤੇ ਗਰਮੀ ਦੇ ਵਿੱਚ ਵੀ ਇਹ ਹੋ ਜਾਂਦਾ। ਉਹ ਤੇ ਦਿੰਦੇ ਨੇ ਦਹੀਂ ਔਰ ਤੇਲ ਦਿੰਦੇ। ਇਹ ਗਰਮੀ 'ਚ ਤੇ ਸਰਦੀ ਵਿੱਚ? ਸਰਦੀ ਦੇ ਵਿੱਚ ਤੇਲ ਦਿੰਦੇ ਨੇ ਜਾਂ ਇਹਦੇ ਵਿੱਚ ਕੋਈ ਹੋਰ ਚੀਜ਼ ਮਿਲਾ ਕੇ, ਜਿਸ ਤਰ੍ਹਾਂ ਕਿ ਹਲਦੀ ਹੈ ਜਾਂ ਕੋਈ ਇਸੇ ਤਰ੍ਹਾਂ ਮੁਖਤਲਿਫ ਚੀਜ਼ਾਂ ਨੇ। ਉਹ ਕੋ ਜਿਹੜਾ ਵੇ ਸਾਨੂੰ, ਅਸੀਂ ਤਾਂ ਹੁਣ ਛੋਟੇ ਹਾਂ ਜਿਸ ਤਰ੍ਹਾਂ ਕਰਕੇ ਤਜਰਬਾ ਹੈ ਵੀ, ਜਾਂ ਵੱਡੇ ਦੱਸਦੇ ਨੇ ਜਾਂ ਆਪਣੇ ਜਾਣਨ ਵਾਲੇ ਜਿੰਨੇ ਤਲਕ ਵਾਲੇ ਨੇ ਉਹਨਾਂ ਨਾਲ ਮਸ਼ਵਰਾ ਕਰਕੇ ਜਿਹੜੀ ਕੋਈ ਚੀਜ਼ ਜਿਹੜੀ ਹੈ ਨਾ ਅੱਛੀ ਲੱਗਦੀ ਉਹ ਕਰਦੇ। ਠੀਕ ਹੈ, ਅਗਰ ਕੋਈ ਮੈਂ ਦੁੱਧ ਘੱਟ ਦਿੰਦੀ ਏ ਤੇ ਉਹਦਾ ਕੋਈ ਦੇਸੀ ਇਲਾਜ ਜਾਂ ਟੋਟਕਾ ਹੈ ਕਿ ਉਹ ਦੁੱਧ ਜ਼ਿਆਦਾ ਦੇ? ਉਹਦਾ ਇਹੀ ਹੁੰਦਾ ਵੇ, ਉਹਨੂੰ ਮਸਾਲਾ ਦਿੰਦੇ ਨੇ ਜਾਂ ਜਾਨਵਰ ਨੂੰ ਤੇਲ ਦਵੀਦਾ, ਉਹਦੇ ਅੰਦਰ ਖੁਸ਼ਕੀ ਦਾ ਕੋਈ ਮਸਲਾ ਹੁੰਦਾ, ਉਹਨੂੰ ਤੇਲ ਦਵੀਏ ਫਿਰ ਉਹ ਦੁੱਧ ਤੋਂ ਜ਼ਿਆਦਾ ਜਿਹੜਾ ਨਾ ਚੁੱਕ ਕਰਦਾ।
ਮਸਾਲਾ ਕਿਹੜਾ ਦਿੰਦੇ ਹੋ? ਮਸਾਲਾ ਹਰੀ ਮਿਰਚ, ਅਦਰਕ ਜਾਂ ਪਿਆਜ਼, ਜਾਂ ਕੋਈ ਬਾਹਰ ਜਾਨਵਰ ਹੁੰਦੇ ਨੇ ਉਹ ਲਸਣ ਦੇ ਨਾਲ ਵੀ ਚੰਗੇ ਚੱਲਦੇ। ਇਸੇ ਤਰ੍ਹਾਂ ਹੀ ਜਾਂ ਫਿਰ ਮਸਾਲਾ ਮਿਲਦਾ ਵੀ ਇੱਥੋਂ ਸਟੋਰ ਤੋਂ ਬਣਿਆ ਬਣਾਇਆ, ਉਹ ਵੀ ਅੱਛਾ ਹੁੰਦਾ। ਉਹਨੂੰ ਡਿਸਟੈਂਪਰ ਪਾਊਡਰ ਕਹਿੰਦੇ ਨੇ। ਉਹ ਇੱਕ ਪੈਕਟ ਦੇ ਵਿੱਚ 3 ਖੁਰਾਕਾਂ ਹੁੰਦੀਆਂ ਨੇ ਇੱਕ ਮਾਈ ਦੀਆਂ, ਉਹ ਵੀ ਬਹੁਤ ਅੱਛਾ ਹੈ। ਤੇ ਇਹ ਜਿਹੜਾ ਮਸਾਲਾ ਕਿੰਨੇ ਦਿਨ ਬਾਅਦ ਦੇਣਾ ਚਾਹੀਦਾ? ਮਸਾਲਾ ਤਕਰੀਬਨ 8 ਦਿਨ ਤੋਂ ਬਾਅਦ ਦੇਣਾ ਚਾਹੀਦਾ। ਅੱਛਾ ਭਾਈ, ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋਲ ਟੋਟਲ 18 ਜਾਨਵਰ ਨੇ? ਹਾਂਜੀ। ਤੇ 18 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਹੋ ਪਏ? ਅਸੀਂ 3 ਬੰਦੇ ਸੰਭਾਲ ਰਹੇ ਹਾਂ। 2 ਭਾਈ ਹਾਂ ਅਸੀਂ, ਮੇਰੇ ਵੱਡੇ ਭਾਈ ਨੇ ਸ਼ਾਹਿਦ ਗੁੱਜਰ ਸਾਹਿਬ, ਮੈਂ ਉਹਨਾਂ ਦਾ ਛੋਟਾ ਭਾਈ ਹਾਂ ਜ਼ਾਹਦ ਅਲੀ, ਤੇ ਇਹ ਸਾਡੇ ਨਾਲ ਨੇ ਭਾਈ ਕੰਮ ਕਰਦੇ ਨੇ। ਅੱਛਾ, ਯਾਨੀ 2 ਤੁਸੀਂ ਭਾਈ ਹੋ, 1 ਮੁਲਾਜ਼ਮ ਨੇ ਜੀ। ਇਹ ਬਾਹਰ ਤੋਂ ਆਪਣਾ ਕੰਮ ਸ਼ਾਮ ਕਰਦੇ ਨੇ ਤੇ ਅਸੀਂ ਇੱਥੇ ਆਪਣਾ ਜਾਨਵਰ ਨੂੰ ਜਿਹੜਾ ਨਾ ਧਾਰ ਵਗੈਰਾ ਕੋਈ ਅੱਗੇ ਪਿੱਛੇ ਮਿਲ ਜੁਲ ਕੇ ਸਾਰੇ ਜਿਹੜਾ ਨਾ ਕੰਮ ਕਰਦੇ। ਠੀਕ ਹੈ। ਤੇ ਮੁਲਾਜ਼ਮ ਦੀ ਕੀ ਤਨਖਾਹ ਚੱਲਦੀ ਹੈ? ਉਹਨਾਂ ਨੂੰ ਅਸੀਂ 17,500 ਰੁਪਇਆ ਦਿੰਦੇ ਹਾਂ, ਤੇ ਹੋਰ ਕੋਈ ਰੋਜ਼ ਦਾ ਕੋਈ ਥੋੜਾ ਬਹੁਤਾ ਜਿਹੜਾ ਵੀ ਮਾਮਲਾ ਹੋਵੇ ਉਹਨੂੰ ਅਫੋਰਡ ਕਰਨੇ ਆ, 3 ਟਾਈਮ ਖਾਣਾ। ਠੀਕ ਹੈ, ਰੋਟੀ ਪਾਣੀ ਖਰਚਾ ਵਗੈਰਾ ਵੀ? ਹਾਂਜੀ। ਔਰ ਮੁਲਾਜ਼ਮ ਬੇਸ ਤੇ ਉਹਦੇ ਨਾਲ ਨਹੀਂ ਚੱਲਦੇ। ਠੀਕ ਹੈ। ਇੱਕ ਜਿਹੜਾ ਨਾ ਇੰਨੀ ਭਰਾਵਾਂ ਵਾਲਾ ਲੇਖਾ ਫੈਮਿਲੀ। ਠੀਕ ਹੈ, ਰਿਲੇਸ਼ਨ ਜੀ। ਤੇ ਕਿੰਨੀ ਦੇਰ ਹੋ ਗਈ ਤੁਹਾਡੇ ਮੁਲਾਜ਼ਮ ਨੂੰ ਉੱਥੇ? ਸਾਡੇ ਕੋਲ ਤਕਰੀਬਨ ਹੁਣ ਇਹਨਾਂ ਨੂੰ ਕੋਈ ਦੂਸਰਾ ਤੀਸਰਾ ਮਹੀਨਾ, ਬੰਦੇ ਚੇਂਜ ਹੁੰਦੇ ਰਹੇ ਨੇ। ਇਸੇ ਤਰ੍ਹਾਂ ਅਸੀਂ ਕੰਮ ਪੱਕਾ ਕਰਦੇ ਹਾਂ। ਸਾਡਾ ਜਿਸ ਤਰ੍ਹਾਂ ਵਿਰਾਸਤੀ ਕੰਮ ਹੈ, ਜਿਸ ਤਰ੍ਹਾਂ ਵੀ ਉਹ ਫਿਰ ਮਾਮਲਾ ਬਣੇ, ਜਿੰਨੀ ਦੇਰ ਵੀ ਕੱਢਦਾ ਕਿਸੇ ਨਾਲ ਅੱਛਾ ਟਾਈਮ ਜਿਹੜਾ ਪਾਸ ਹੁੰਦਾ। ਅੱਛਾ, ਯਾਨੀ ਕਿ ਇਸ ਤੋਂ ਪਹਿਲੇ ਤੁਹਾਡੇ ਕੋਲ ਦੂਸਰੇ ਮੁਲਾਜ਼ਮ ਹਨ, ਉਹ ਚੇਂਜ ਹੋਏ ਨੇ, ਹੁਣ ਅੰਕਲ ਹਰੀ ਆਏ ਨੇ। ਹਾਂਜੀ। ਕੀ ਵਜ੍ਹਾ ਹੁੰਦੀ ਹੈ ਕਿ ਮੁਲਾਜ਼ਮ ਕਿਉਂ ਨਹੀਂ ਟਿਕਦੇ ਫਾਰਮਾਂ ਤੇ? ਇਹ ਆਪਣਾ ਮਜ਼ਾਜ ਹੁੰਦਾ ਵੇ ਮੁਲਾਜ਼ਮਾਂ ਦਾ, ਜਾਂ ਉਹਨਾਂ ਦੇ ਪਿੱਛੇ ਮਾਮਲਾਤ ਹੁੰਦੇ ਨੇ ਕਿ ਉਹ 2-4 ਮਹੀਨੇ ਕੰਮ ਕਰਦੇ ਨੇ। ਉਹਨਾਂ ਦੇ ਕੋਲੋਂ ਹਰ ਇਨਸਾਨ ਦੀ ਇੱਕ ਆਪਣੀ ਲਾਈਫ ਹੈ, ਇਹਦੇ ਵਿੱਚ ਇਹ ਨਹੀਂ ਕੋਈ ਵੀ ਕਬਾਹਤ ਹੈ, ਮਗਰ ਜਦੋਂ ਕੋਈ ਅਜ਼ੀਅਤ ਵਾਲਾ ਮਾਮਲਾ ਬਣੇ ਤਾਂ ਫਿਰ ਜ਼ਾਹਰ ਹੈ ਉਹਨੂੰ ਚੇਂਜ ਕਰ ਦਿੱਤਾ ਜਾਂਦਾ। ਠੀਕ। ਜਿਹੜੇ ਜਾਨਵਰਾਂ ਦੇ ਛੋਟੇ ਬੱਚੇ ਨੇ, ਉਹ ਆਪਣੇ ਫਾਰਮ ਤੇ ਰੱਖ ਕੇ ਪਾਲ ਕੇ ਇਹਨਾਂ ਦੀ ਅੱਗੇ ਨਸਲ ਵਧਾਉਂਦੇ ਹੋ ਜਾਂ ਕਿ ਛੋਟੀ ਉਮਰ 'ਚ ਸੇਲ ਕਰ ਦਿੰਦੇ ਹੋ? ਨਹੀਂ, ਇਹਨਾਂ ਦੀ ਨਸਲ ਵਧਾਉਣੀ। ਯਾਨੀ ਆਪਣੇ ਫਾਰਮ 'ਚ ਜਾਨਵਰਾਂ ਦਾ ਇਜ਼ਾਫਾ ਕਰ ਰਹੇ ਹੋ? ਹਾਂਜੀ। ਹੁਣ ਸਰਦੀ ਦਾ ਮੌਸਮ ਸਟਾਰਟ ਹੋ ਗਿਆ, ਸਰਦੀ ਵਿੱਚ ਕਹਿੰਦੇ ਨੇ ਕਿ ਬੱਚੇ ਜ਼ਾਇਆ ਹੋ ਜਾਂਦੇ ਨੇ। ਹਾਂਜੀ। ਤੁਸੀਂ ਕੀ ਕੋਈ ਇਹਤਿਆਤੀ ਤਦਾਬੀਰ ਕੀਤੀ ਹੈ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਸੇਫਟੀ ਵਾਸਤੇ ਕੀ ਕੀਤਾ ਜਾਏ ਕਿ ਬਚ ਜਾਣ? ਉਹਨਾਂ ਦੀ ਸੇਫਟੀ ਵਾਸਤੇ ਤੇ ਇਹ ਵੀ ਕੋਈ ਸਰਦੀ ਕੋਲੋਂ ਬਚਣ, ਉਹਨਾਂ ਨੂੰ ਸਵੇਰ ਧੁੱਪੇ 'ਚ ਬੰਨਿਆ ਜਾਏ, ਅਗਰ ਨਹੀਂ ਹੈ ਤਾਂ ਫਿਰ ਉਹਨਾਂ ਨੂੰ ਅੰਦਰ ਰੱਖਿਆ ਜਾਏ। ਉਹਦੇ ਤੋਂ ਇਲਾਵਾ ਉਹ ਹੁੰਦਾ ਵੇ ਦਵਾਈ ਟੀਕਾ ਕਰਵਾਉਂਦੇ ਨੇ। ਟੀਕਾ ਇੱਕ ਲੱਗਦਾ ਹੈ ਬੱਚੇ ਨੂੰ, ਦੂਸਰਾ ਨੇਲ ਜੈਨ ਦਵਾਈ ਜਿਹੜੀ ਉਹ ਦਿੱਤੀ ਜਾਂਦੀ, ਉਹ ਵੀ 15 ਦਿਨ ਤੋਂ ਬਾਅਦ ਦਿੱਤੀ ਜਾਂਦੀ। ਟੀਕਾ ਕਾਹਦੇ ਵਾਸਤੇ ਲੱਗਦਾ? ਟੀਕਾ ਲੱਗਦਾ ਵੇ ਉਹਨੂੰ ਜਿਹੜਾ ਵੇ ਨਾ ਕਿ ਸਰਦੀ ਜਾਂ ਕਮਜ਼ੋਰੀ ਵਾਸਤੇ, ਤੇ ਦੂਸਰੇ ਨੰਬਰ ਤੇ ਜਿਹੜਾ ਉਹ ਦਵਾਈ ਦਿੰਦੇ ਨੇ ਉਹਦੇ ਮਿਹਦੇ ਵਾਸਤੇ ਹੁੰਦੀ ਹੈ, ਕਿਰਮ ਵਗੈਰਾ ਨਹੀਂ ਬਣਨ ਦਿੰਦੀ, ਉਹ ਪੱਠੇ ਅੱਛੇ ਖਾਂਦਾ, ਉਹਨੂੰ ਅੱਛੇ ਲੱਗਦੇ ਨੇ। ਉਹਦੇ ਤੋਂ ਇਲਾਵਾ ਗੁੜ ਔਰ ਮੇਥਰੇ ਜਿਹੜੇ ਨੇ ਉਹ ਬਣਾ ਕੇ ਉਹਨਾਂ ਨੂੰ ਰਾਤ ਨੂੰ ਦਿੱਤੇ ਜਾਂਦੇ ਨੇ। ਪੱਠਿਆਂ ਦੇ ਉੱਤੇ ਚੋਕਰ ਇਸਤੇਮਾਲ ਕੀਤਾ ਜਾਂਦਾ। ਕੋਈ ਇਹ ਚਿਚੜ ਜਿਹੜੇ ਨੇ ਇਹਨਾਂ ਦਾ ਕੋਈ ਟੀਕਾ ਸ਼ਿਕਾ ਲਾ ਕੇ ਤੇ ਉਹ ਜਾ ਜਿਹੜੇ ਨੇ ਮਾਸ਼ਾਅੱਲਾ ਕੇਅਰਫੁਲ ਰਹਿੰਦੇ। ਅੱਛਾ, ਅਸੀਂ ਇਹ ਖੁਰਲੀ ਜਿਹੀ ਚੀਜ਼ ਵੇਖ ਰਹੇ ਹਾਂ, ਤੁਸੀਂ ਕਮਾਦ ਇਸਤੇਮਾਲ ਕਰਵਾ ਰਹੇ ਹੋ ਹੁਣ ਜਾਨਵਰਾਂ ਨੂੰ। ਹਾਂਜੀ। ਅੱਜ ਤੋਂ ਪਿੱਛੇ ਜਿੰਨੇ ਫਾਰਮਰ ਵੇਖਣਾ ਕਮਾਦ ਇਸਤੇਮਾਲ ਨਹੀਂ ਕਰਵਾ ਰਹੇ ਕਿਉਂਕਿ ਮਹਿੰਗਾ ਪੈਂਦਾ ਵੇ। ਹਾਂਜੀ। ਇਹ ਕਮਾਦ ਇਸਤੇਮਾਲ ਕਰਾਉਣ ਦੀ ਕੋਈ ਖਾਸ ਵਜ੍ਹਾ? ਕਮਾਦ ਇਸਤੇਮਾਲ ਕਰਨ ਦੀ ਖਾਸ ਵਜ੍ਹਾ ਇਹ ਵੇ ਕਿ ਜਾਨਵਰ ਬੜੇ ਅੱਛੇ ਤਰੀਕੇ ਨਾਲ ਇਹਨੂੰ ਖਾਂਦਾ, ਸ਼ੌਕ ਨਾਲ। ਦੂਸਰੇ ਨੰਬਰ ਤੇ ਇਹਦੇ ਨਾਲ ਜਾਨਵਰ ਤਗੜਾ ਰਹਿੰਦਾ, ਦੁੱਧ ਜ਼ਿਆਦਾ ਦਿੰਦਾ ਹੈ, ਔਰ ਜਿਹੜੇ ਸੰਭਾਲਣ ਵਾਲੇ ਬੰਦੇ ਨੇ ਉਹਨਾਂ ਨੂੰ ਐਡਾ ਮਸਲਾ ਨਹੀਂ ਹੁੰਦਾ ਕਿ ਉਹਨਾਂ ਨੇ ਲਿਆ ਕੇ ਆਣਾ ਕਮਾਦ, ਉਹਦੇ ਵਿੱਚ ਪੱਠੇ ਥੋੜੇ ਵੀ ਪਾਣੇ ਨੇ ਤੇ ਇਹਦੇ ਨਾਲ ਜਾਨਵਰ ਰੱਜ ਜਾਂਦਾ ਵਿੱਚ। ਸਖਤ ਪੱਠਾ ਹੈ ਤੇ ਮਜ਼ੇਦਾਰ ਪੱਠਾ ਹੈ, ਜਾਨਵਰ ਖਾ ਕੇ ਤੇ ਵੈਸੇ ਵੀ ਅੰਦਰ ਤੋਂ ਵੀ ਫਿੱਟ ਰਹਿੰਦਾ। ਅੱਛਾ ਭਾਈ ਜੀ, ਇੱਕ ਗੱਲ ਦੱਸ ਦਿਓ ਕਿ ਜਿਹੜੀ ਚੰਗੀ ਮੱਝ ਉਹ ਕਿੰਨੇ ਦੀ ਮਿਲ ਜਾਂਦੀ ਹੈ ਤੇ ਇੱਕ ਦਰਮਿਆਨੀ ਮੱਝ ਕਿੰਨੇ ਦੀ ਮਿਲ ਜਾਂਦੀ ਹੈ, ਦੱਸ ਦਿਓ। ਸਾਡੇ ਕੋਲ ਵਿੱਚ 5 ਮੱਝਾਂ ਨੇ ਜਿਹੜੀਆਂ ਪੌਣੇ 3 ਲੱਖ ਰੁਪਏ ਦੀਆਂ ਨੇ। ਦੂਸਰੀਆਂ ਮੱਝਾਂ ਨੇ ਜਿਹੜੀਆਂ ਉਹ ਕੋ ਤਕਰੀਬਨ 260 2.5 ਚੱਕਰਾਂ ਨੇ, ਔਰ ਇੱਕ ਮੱਝ ਸਾਡੇ ਕੋਲ ਇੱਥੇ ਅੰਦਰ ਉਹ ਵੀ ਵੱਜੀ ਹੈ ਜਿਹੜੀ 4 ਲੱਖ ਰੁਪਏ ਦੀ ਵੀ ਹੈ, ਉਹ ਮੀਨੀ ਝੋਟੀ ਹੈ। ਉਹਨੂੰ ਅਸੀਂ ਉਧਰ ਅੰਦਰ ਉਹ ਜਿਹੜਾ ਨਾ ਕਮਰੇ 'ਚ ਨੇ 2 ਮੱਝਾਂ ਨੇ, ਇੱਕ ਰਾਵੀ ਦੀ ਹੈ ਪਿਓਰ ਔਰ ਇੱਕ ਨੀਲੀ ਦੀ। ਪਿਓਰ ਰਾਵੀ ਦੀ ਤੇ ਨੀਲੀ ਜਿਹੜੀ ਉਹ ਵਹਾਣੀ ਦੇ। ਤੇ ਤੁਸੀਂ ਇਹ ਦੱਸੋ ਕਿ 4 ਲੱਖ ਵਾਲੀ 'ਚ ਖੂਬੀ ਕੀ ਹੈ? ਉਹਦੇ 'ਚ ਖੂਬੀ ਹੈ ਵੇ ਕਿ ਉਹ ਕੁਦਰਤੀ ਮੀਨੀ, ਉਹਦੇ ਸਿੰਗ ਜਿਹੜੇ ਨੇ ਉਹ ਹਿਲਦੇ ਨੇ। ਅੱਛਾ। ਇਹ ਜਾਨਵਰ ਬੜੀ ਕਿਸਮਤ ਵਾਲਾ ਹੁੰਦਾ ਹੈ, ਬਹੁਤ ਅੱਛਾ ਹੁੰਦਾ ਹੈ, ਔਰ ਹਰ ਲਿਹਾਜ਼ ਨਾਲ ਹੀ ਇਹ ਠੀਕ ਹੁੰਦਾ। ਅੱਛਾ। ਅਸਾਂ ਸੁਣਿਆ ਕਿ ਜਿਹੜੀ ਮਿਨੀ ਮੱਝ ਇੱਕ ਡੇਰੇ ਤੇ ਲਾਜ਼ਮੀ ਰੱਖਣੀ ਚਾਹੀਦੀ ਹੈ, ਅੰਦਰ ਕਿਸਮਤ ਵਾਲਾ ਜਾਨਵਰ ਹੁੰਦਾ ਹੈ, ਕਿ ਵਾਕਈ ਗੱਲ ਸਹੀ ਹੈ? ਐਡੀ ਕਿਸਮਤ ਵਾਲਾ ਜਾਨਵਰ ਹੈ ਕਿ ਉਹਨੂੰ ਅਸੀਂ ਪਹਿਲੇ ਕਲੀ ਨੂੰ ਲਿਆ ਸੀ ਤੇ ਹੁਣ ਉਹਦੀ ਜਿਹੜਾ ਨਾ ਬਰਕਤ ਦੇ ਨਾਲ ਮਾਲ ਬਹੁਤ ਜ਼ਿਆਦਾ ਹੈ ਮਾਸ਼ਾਅੱਲਾ।